ਹੈਲੋ एवरीवन। ਇਹ ਜੀ ਬੀਐਡ ਫਸਟ ਸੈਮ ਦਾ ਡਰਾਮਾ ਐਂਡ ਮਿਊਜ਼ਿਕ ਐਂਡ ਟੀਚਿੰਗ ਇਹ ਪ੍ਰੈਕਟੀਕਲ ਹੈ ਜੀ। ਇਹ ਜੋ ਮਾਰਕਸ ਮੈਂਸ਼ਨ ਕੀਤੇ ਹੋਏ ਨੇ ਨਿਸ਼ਾਨ ਪ੍ਰਿੰਟ ਦੇ ਵਿੱਚ ਗਲਤ ਹੋ ਗਿਆ। 25 ਮਾਰਕਸ ਦਾ ਹੀ ਇਹ ਤੁਹਾਡਾ ਪ੍ਰੈਕਟੀਕਲ ਹੁੰਦਾ। 20 ਮਾਰਕਸ ਐਕਸਟਰਨਲ ਪ੍ਰੈਕਟੀਕਲ ਦੇ ਹੁੰਦੇ ਆ ਐਂਡ ਇੰਟਰਨਲ ਪ੍ਰੈਕਟੀਕਲ ਦੇ ਤੁਹਾਡੇ 5 ਮਾਰਕਸ ਹੁੰਦੇ ਨੇ। ਤਾਂ ਇਹ ਸ਼ਾਇਦ ਪ੍ਰਿੰਟ ਦੇ ਵਿੱਚ ਗਲਤ ਹੈ। ਤਾਂ ਇਸ ਵੀਡੀਓ ਨੂੰ ਥੋੜ੍ਹਾ ਜਿਹਾ ਧਿਆਨ ਦੇ ਨਾਲ ਸੁਣਿਓ ਇਸ ਸਿਲੇਬਸ ਨੂੰ। ਫਸਟ ਆਪਾਂ ਸਟਾਰਟ ਕਰਦੇ ਹਾਂ ਜੀ। ਬੱਚੇ ਡਿਮਾਂਡ ਵੀ ਕਰ ਰਹੇ ਸੀ ਇਸ ਵੀਡੀਓ ਦੀ, ਸੋ ਇਸ ਵੀਡੀਓ ਨੂੰ ਥੋੜ੍ਹਾ ਜਿਹਾ ਧਿਆਨ ਦੇ ਨਾਲ ਸੁਣਿਓ। ਜੋ ਫਸਟ ਹੈ, prepare and present 2 skits with expression to teach any topic from their own teaching subject। ਤੁਸੀਂ ਕੋਈ ਵੀ 2 ਸਕਿੱਟ ਲਿਖਣੀਆਂ ਨੇ ਆਪਦੇ ਟੀਚਿੰਗ ਸਬਜੈਕਟ ਦੇ ਨਾਲ ਸੰਬੰਧਿਤ। ਤਾਂ ਤੁਸੀਂ ਕੀ ਕਰਨਾ ਹੈ, 6th ਕਲਾਸ ਤੋਂ ਲੈ ਕੇ 10th ਕਲਾਸ ਤੱਕ ਤੁਸੀਂ ਕੋਈ ਵੀ ਜਿਹੜਾ ਲੈਸਨ ਹੈ ਉਹਨੂੰ ਤੁਸੀਂ ਇੱਕ ਸਟੋਰੀ ਦੇ ਰੂਪ ਦੇ ਵਿੱਚ ਲਿਖਣਾ ਹੈ। ਜਿੱਦਾਂ ਕਿ ਆਪਸ ਦੇ ਵਿੱਚ 2 ਜਣੇ ਜਾਂ 3 ਜਣੇ ਆਪਸ ਦੇ ਵਿੱਚ ਗੱਲਬਾਤ ਕਰ ਰਹੇ ਨੇ, ਉਹਦੇ ਵਿੱਚ ਤੁਸੀਂ ਉਹ ਜਿਹੜੀ ਸਕਿੱਟ ਹੈ ਉਹਨੂੰ ਤਿਆਰ ਕਰਨੀ ਹੈ। ਠੀਕ ਹੈ। ਜਿਵੇਂ ਐਸ ਦੇ ਬੱਚੇ ਆ ਜੋ ਉਹਦੇ ਵਿੱਚ ਲਾ ਲਓ ਤੁਸੀਂ ਚੋਣ ਪ੍ਰਕਿਰਿਆ 'ਤੇ ਹੈ, ਕੁਛ ਇਲੈਕਸ਼ਨ 'ਤੇ ਕੁਛ ਲਿਖਣਾ। ਤਾਂ ਕੀ ਹੈ, ਕਿਸ ਤਰ੍ਹਾਂ ਇਲੈਕਸ਼ਨ ਹੁੰਦੇ ਨੇ। ਤਾਂ ਟੀਚਰ ਜਾਂ ਵਿਦਿਆਰਥੀ ਦੇ ਵਿੱਚ ਗੱਲਬਾਤ ਤੁਸੀਂ ਲਿਖ ਦੇਣੀ ਹੈ ਕਿ ਵਿਦਿਆਰਥੀ ਟੀਚਰ ਨੂੰ ਸਵਾਲ ਕਰਦੇ ਆ ਕਿ ਇਲੈਕਸ਼ਨ ਕਿੱਦਾਂ ਹੁੰਦੇ ਆ, ਤਾਂ ਟੀਚਰ ਉਹਨਾਂ ਨੂੰ ਦੱਸਦਾ। ਫਿਰ ਵਿਦਿਆਰਥੀ ਅੱਗੋਂ ਫਿਰ ਕੁਐਸਚਨ ਪੁੱਛਦਾ ਅਤੇ ਫਿਰ ਇਹ ਟੀਚਰ ਆਨਸਰ ਦਿੰਦੇ। ਅਤੇ ਆਪਸ ਦੇ ਵਿੱਚ ਜਿਹੜੀ ਗੱਲਬਾਤ ਦੇ ਰੂਪ ਦੇ ਵਿੱਚ ਤੁਸੀਂ ਇਹਨੂੰ ਲਿਖਣੀ ਹੁੰਦੀ ਹੈ ਸਕਿੱਟ। ਤਾਂ ਤੁਸੀਂ 2 ਜਿਹੜੀਆਂ ਸਕਿੱਟ ਹੈ ਉਹ ਲਿਖਣੀਆਂ, ਜਿਹੜੇ ਵੀ ਤੁਹਾਡੇ ਕੋਲ ਟੀਚਿੰਗ ਸਬਜੈਕਟ ਹੈ। ਜੇਕਰ ਪੰਜਾਬੀ ਅਤੇ ਹਿਸਟਰੀ ਹੈ ਤਾਂ ਪੰਜਾਬੀ ਅਤੇ ਹਿਸਟਰੀ ਦੇ ਵਿੱਚ ਲਿਖੋਗੇ। ਜੇਕਰ ਮੈਥ ਹੈ ਤਾਂ ਤੁਸੀਂ ਮੈਥ 'ਤੇ ਲਿਖੋਗੇ। ਠੀਕ ਹੈ। ਜੇਕਰ ਹਿੰਦੀ ਹੈ ਤਾਂ ਹਿੰਦੀ 'ਤੇ ਲਿਖੋਗੇ। ਜਿਹੜੇ ਵੀ ਤੁਹਾਡੇ ਟੀਚਿੰਗ ਸਬਜੈਕਟ ਉਹਨਾਂ 'ਤੇ ਹੀ ਤੁਸੀਂ 2 ਜਿਹੜੀਆਂ ਸਕਿੱਟ ਹੈ ਉਹ ਲਿਖੋਗੇ। ਨੈਕਸਟ ਹੈ, ਪ੍ਰੈਕਟਿਸ ਐਂਡ ਪ੍ਰੈਜ਼ੈਂਟ ਟੂ ਫੋਕ ਸੌਂਗ ਰਿਲੇਟਡ ਟੂ ਸੋਸ਼ਲ ਈਵਲ ਐਂਡ ਪੈਟਰੀਓਟਿਕ ਸੌਂਗ। ਤੁਸੀਂ 2 ਫੋਕ ਸੌਂਗ ਦੀ ਪ੍ਰੈਕਟਿਸ ਵੀ ਕਰਨੀ ਹੈ ਅਤੇ ਉਹਨਾਂ ਨੂੰ ਪ੍ਰੈਜ਼ੈਂਟ ਵੀ ਕਰਨਾ। ਸਕਿੱਟ ਨੂੰ ਵੀ ਤੁਸੀਂ ਜਿਹੜਾ ਪ੍ਰਪੇਅਰ ਕਰਨਾ ਅਤੇ ਪ੍ਰੈਜ਼ੈਂਟ ਕਰਨਾ। ਠੀਕ ਹੈ। ਉਸ ਜਿਹੜਾ ਫੋਕ ਸੌਂਗ ਹੈ ਉਹਨਾਂ ਦਾ ਵੀ ਸੇਮ ਹੀ ਹੈ, ਪ੍ਰੈਕਟਿਸ ਵੀ ਕਰਨੀ ਹੈ ਅਤੇ ਉਹਨੂੰ ਪ੍ਰੈਜ਼ੈਂਟ ਵੀ ਕਰਨਾ। ਹੋ ਸਕਦਾ ਪ੍ਰੈਕਟੀਕਲ ਤੁਹਾਡਾ ਹੋਵੇਗਾ ਤਾਂ ਉਦੋਂ ਤੁਹਾਨੂੰ ਇਹ ਫੋਕ ਸੌਂਗ ਹੈ ਇਹ ਤੁਹਾਡੇ ਤੋਂ ਬੁਲਵਾ ਕੇ ਦੇਖ ਸਕਦੇ ਨੇ। ਠੀਕ ਹੈ। ਅਤੇ ਇਹ ਜਿਹੜੇ ਤੁਸੀਂ 2 ਸੌਂਗ ਲਿਖਣੇ ਆਪਣੀ ਫਾਈਲ 'ਤੇ, ਉਹ ਸੋਸ਼ਲ ਈਵਲ ਸਮਾਜਿਕ ਬੁਰਾਈ ਦੇ ਨਾਲ ਸੰਬੰਧਿਤ ਹੋਣੇ ਚਾਹੀਦੇ ਨੇ ਜਾਂ ਦੇਸ਼ ਭਗਤੀ ਦੇ ਨਾਲ ਸੰਬੰਧਿਤ ਹੋਣੇ ਚਾਹੀਦੇ ਨੇ, ਪੈਟਰੀਓਟਿਕ ਸੌਂਗਸ। ਓਕੇ। ਥਰਡ ਹੈ, collect and present 5 poems with rhythm and action in each teaching subject। ਤੁਸੀਂ 5 ਪੋਇਮ ਆਪਣੇ ਇੱਕ ਟੀਚਿੰਗ ਸਬਜੈਕਟ 'ਤੇ ਲਿਖੋਗੇ। ਤਾਂ ਜਿਹੜੇ 2 ਤੁਹਾਡੇ ਟੀਚਿੰਗ ਸਬਜੈਕਟ ਹੈ ਤੁਹਾਡੇ ਕੋਲ, ਤਾਂ ਤੁਹਾਡੀਆਂ ਟੋਟਲ ਪੋਇਮਸ ਹੋ ਜਾਣਗੀਆਂ 10। ਤੁਸੀਂ 10 ਪੋਇਮ ਆਪਣੇ ਟੀਚਿੰਗ ਸਬਜੈਕਟ 'ਤੇ ਲਿਖੋਗੇ। ਜੇਕਰ ਐਸ ਅਤੇ ਪੰਜਾਬੀ ਹੈ ਤੁਹਾਡੇ ਕੋਲ, ਤਾਂ 5 ਜਿਹੜੀਆਂ ਤੁਸੀਂ ਉਹ ਆਪਣੇ ਐਸ ਸਬਜੈਕਟ 'ਤੇ ਲਿਖੋਗੇ ਅਤੇ 5 ਹੀ ਤੁਸੀਂ ਪੰਜਾਬੀ ਸਬਜੈਕਟ 'ਤੇ ਲਿਖੋਗੇ। ਠੀਕ ਹੈ। ਟੋਟਲ 10। ਜੇਕਰ ਮੈਥ ਹੈ ਅਤੇ ਇੰਗਲਿਸ਼ ਹੈ ਤਾਂ 5 ਤੁਸੀਂ 5 ਹੈ ਜੋ ਉਹ ਤੁਸੀਂ ਮੈਥ 'ਤੇ ਲਿਖੋਗੇ ਅਤੇ 5 ਤੁਸੀਂ ਆਪਣੇ ਦੂਸਰੇ ਸਬਜੈਕਟ 'ਤੇ ਲਿਖੋਗੇ। ਠੀਕ ਹੈ। ਇਹ ਤਾਂ ਤੁਸੀਂ 10 ਦੀਆਂ 10 ਪੋਇਮ ਲਿਖਣੀਆਂ ਹੀ ਆਪਣੀਆਂ ਟੀਚਿੰਗ ਸਬਜੈਕਟ 'ਤੇ। ਉਸ ਤੋਂ ਅੱਗੇ ਨੋਟ ਲਿਖਿਆ, ਸਟੂਡੈਂਟ ਵਿਲ ਪ੍ਰੈਕਟਿਸ ਦਾ ਅਬਵ ਸਕਿੱਲਸ ਵਿਦ ਦਾ ਹੈਲਪ ਆਫ ਟੀਚਰ। ਇਹ ਜਿੰਨੇ ਵੀ ਫੋਕ ਸੌਂਗ ਹੈ, ਸਕਿੱਟ ਹੈ ਜਾਂ ਪੋਇਮ ਹੈ, ਇਹ ਤੁਸੀਂ ਟੀਚਰ ਦੀ ਹੈਲਪ ਦੇ ਨਾਲ ਇਹਦੇ ਜਿਹੜੇ ਸਕਿੱਲ ਨੂੰ ਸਿੱਖੋਗੇ ਕਾਲਜ ਦੇ ਵਿੱਚ। ਠੀਕ ਹੈ। ਕਾਲਜ ਦੇ ਵਿੱਚ ਜਿਹੜਾ ਵੀ ਤੁਹਾਡਾ ਟੀਚਰ ਹੋਏਗਾ ਡਰਾਮਾ ਐਂਡ ਮਿਊਜ਼ਿਕ ਦਾ ਇੰਚਾਰਜ, ਉਹੀ ਤੁਹਾਨੂੰ ਇਹ ਜਿਹੜਾ ਫੋਕ ਸੌਂਗ, ਪੋਇਮ ਅਤੇ ਸਕਿੱਟ ਉਹਨਾਂ ਨੂੰ ਸਿਖਾਵੇਗਾ। ਠੀਕ ਹੈ। ਉਸ ਤੋਂ ਅੱਗੇ ਜੋ ਸੈਸ਼ਨਲ ਵਰਕ ਹੈ ਉਹਦੇ ਵਿੱਚ ਲਿਖਿਆ ਜੀ, ਐਨਾਲਾਈਜ਼ ਐਨੀ 2 ਫੋਕ ਸੌਂਗ ਐਂਡ ਡਿਸਕਸ ਦੇਅਰ ਸਿਗਨੀਫਿਕੈਂਸ ਇਨ ਐਜੂਕੇਸ਼ਨ। ਤੁਸੀਂ ਕੋਈ ਵੀ 2 ਫੋਕ ਸੌਂਗ ਲਿਖਣੇ ਆ ਅਤੇ ਉਹਨਾਂ ਦਾ ਵਿਸ਼ਲੇਸ਼ਣ ਕਰਨਾ, ਉਹਨਾਂ ਨੂੰ ਥੋੜ੍ਹਾ ਜਿਹਾ ਵਿਸਤਾਰ ਦੇ ਨਾਲ ਉਹਨਾਂ ਦੇ ਬਾਰੇ ਦੇ ਵਿੱਚ ਦੱਸਣਾ ਹੋਵੇਗਾ। ਅਤੇ ਇਹਨਾਂ ਫੋਕ ਸੌਂਗ ਦਾ ਐਜੂਕੇਸ਼ਨ ਦੇ ਵਿੱਚ ਕੀ ਮਹੱਤਵ ਹੁੰਦਾ ਉਹਦੇ ਬਾਰੇ ਵੀ ਲਿਖਣਾ ਹੋਵੇਗਾ। ਠੀਕ ਹੈ ਜੀ। ਉਸ ਤੋਂ ਅੱਗੇ ਆ ਡਾਇਲੋਗ ਰਾਈਟਿੰਗ ਔਨ ਐਨੀ ਟੋਪਿਕ ਫਰੋਮ ਦਾ ਕੰਟੈਂਟ ਆਫ ਰਿਸਪੈਕਟਿਵ ਟੀਚਿੰਗ ਸਬਜੈਕਟ।
ਤੁਸੀਂ ਡਾਇਲੋਗ ਲਿਖਣੇ ਆ। ਹੁਣ ਐਨੀ ਟੌਪਿਕ ਫਿਰ ਤੁਸੀਂ ਡਾਇਲੋਗ ਲਿਖਣੇ ਆਪਣੇ ਟੀਚਿੰਗ ਸਬਜੈਕਟ 'ਤੇ। ਹੁਣ ਇੱਥੇ ਜੋ ਮੈਂ ਤੁਹਾਨੂੰ ਜ਼ਰੂਰੀ ਗੱਲ ਦੱਸਦੀ ਹਾਂ, ਇੱਕ ਤਾਂ ਜਿਵੇਂ ਡਾਇਲੋਗ ਰਾਈਟਿੰਗ ਹੋ ਗਿਆ ਅਤੇ ਸਕਿੱਟ ਹੋ ਗਈਆਂ, ਇਹ ਸੇਮ ਹੁੰਦੇ ਆ ਦੋਨੋਂ। ਜੇਕਰ ਆਪਾਂ ਸਕਿੱਟ ਲਿਖਦੇ ਹਾਂ ਤਾਂ ਉਹਦੇ ਵਿੱਚ ਵੀ 2 ਜਾਂ 3 ਵਿਅਕਤੀ ਆਪਸ ਦੇ ਵਿੱਚ ਗੱਲਬਾਤ ਕਰ ਰਹੇ ਹੁੰਦੇ, ਉਹ ਵੀ ਤਾਂ ਡਾਇਲੋਗ ਹੀ ਹੋ ਗਏ। ਤਾਂ ਹਰ ਇੱਕ ਕਾਲਜ ਦੇ ਵਿੱਚ ਜਿਹੜਾ ਟੀਚਰ ਹੈ ਉਹ ਆਪਣੇ ਅਕੋਰਡਿੰਗ ਆਪਣੇ ਅਕੋਰਡਿੰਗ ਸਟੂਡੈਂਟਸ ਤੋਂ ਫਾਈਲ ਜਿਹੜੀ ਹੈ ਬਣਵਾਉਂਦਾ ਹੈ। ਤਾਂ ਤੁਸੀਂ ਆਪਣੇ ਟੀਚਰ ਦੇ ਨਾਲ ਜ਼ਰੂਰ ਜਿਹੜਾ ਕੰਟੈਕਟ ਕਰਨਾ ਹੈ ਕਿ ਅਸੀਂ ਸਕਿੱਟ ਵੀ ਲਿਖਣੀ ਹੈ ਅਤੇ ਡਾਇਲੋਗ ਵੀ ਲਿਖਣੇ ਆ, ਜਾਂ ਅਸੀਂ ਇਹਨਾਂ ਦੇ ਵਿੱਚੋਂ ਇੱਕ ਲਿਖਣਾ। ਹੋ ਸਕਦਾ ਕਿ ਕੁਝ ਕਾਲਜ ਦੇ ਵਿੱਚ ਜਿਹੜੇ ਟੀਚਰ ਨੇ ਉਹ ਦੋਨੇ ਕਹਿ ਦੇਣ ਕਿ ਡਾਇਲੋਗ ਵੀ ਅਲੱਗ ਤੋਂ ਲਿਖੋ ਔਰ ਸਕਿੱਟ ਵੀ ਲਿਖੋ। ਹੋ ਸਕਦਾ ਕਿ ਕੁਝ ਕਿਸੇ ਕਾਲਜ ਦੇ ਵਿੱਚ ਟੀਚਰ ਕਹਿ ਰਿਹਾ ਤੁਸੀਂ ਸਕਿੱਟ ਲਿਖ ਲਓ, ਜਾਂ ਕੋਈ ਟੀਚਰ ਕਹਿ ਤੁਸੀਂ ਡਾਇਲੋਗ ਲਿਖ ਲਓ। ਵੈਸੇ ਇਹ ਦੋਨੋਂ ਹੀ ਸੇਮ ਹੋ ਜਾਂਦੇ ਨੇ। ਕਈ ਵਾਰ ਹੋ ਜਾਂਦਾ ਹੈ ਕਿ ਟੀਚਰ ਇੱਕ ਚੀਜ਼ ਕਹਿ ਦਿੰਦਾ ਲਿਖਣ ਦੀ, ਕਈ ਵਾਰ ਦੋਨੋਂ ਵੀ ਲਿਖਵਾ ਲੈਂਦੇ, ਕਿਉਂਕਿ ਚੈੱਕ ਤੁਹਾਡੀਆਂ ਫਾਈਲਾਂ ਤੁਹਾਡੇ ਟੀਚਰਸ ਨੇ, ਕਾਲਜ ਵਾਲਿਆਂ ਨੇ ਕਰਨੀਆਂ ਨੇ। ਤਾਂ ਤੁਸੀਂ ਆਪਣੇ ਟੀਚਰ ਦੇ ਨਾਲ ਜ਼ਰੂਰ ਉਹਨਾਂ ਨੂੰ ਇਸ ਸੰਬੰਧ ਦੇ ਵਿੱਚ ਪੁੱਛੋ। ਉਸ ਤੋਂ ਬਾਅਦ ਜੋ ਫੋਕ ਸੌਂਗ ਹੈ, 2 ਤਾਂ ਤੁਸੀਂ ਫੋਕ ਸੌਂਗ ਸੋਸ਼ਲ ਲੈਵਲ ਅਤੇ ਪੈਟਰੋਟਿਕ ਸੌਂਗ 'ਤੇ ਲਿਖਣੇ ਹੀ ਲਿਖਣੇ, ਅਤੇ 2 ਫੋਕ ਸੌਂਗ ਤੁਸੀਂ ਜਿਹੜੇ ਆ ਉਹ ਉਹਨਾਂ ਨੂੰ ਵਿਸਥਾਰਪੂਰਵਕ ਦੱਸਣਾ ਤੇ ਹੁੰਦਾ ਐਜੂਕੇਸ਼ਨ ਦੇ ਵਿੱਚ ਮਹੱਤਤਾ ਦੱਸਣੀ। ਇਹ ਵੀ ਤੁਸੀਂ ਆਪਣੇ ਟੀਚਰਸ ਤੋਂ ਪੁੱਛ ਸਕਦੇ ਹੋ ਕਿ ਅਸੀਂ ਕੋਈ 2 ਫੋਕ ਸੌਂਗ ਸੋਸ਼ਲ ਲੈਵਲ ਪੈਟਰੋਟਿਕ ਸੌਂਗ 'ਤੇ ਲੈ ਕੇ ਉਹਨਾਂ ਦੀ ਐਨਾਲਾਈਸਿਸ ਕਰਕੇ ਉਹਨਾਂ ਦੀ ਹੀ ਮਹੱਤਤਾ ਦੱਸਦੀ ਹੈ ਐਜੂਕੇਸ਼ਨ ਦੇ ਵਿੱਚ, ਜਾਂ ਅਸੀਂ ਜਿਹੜੇ 4 ਫੋਕ ਸੌਂਗ ਲਿਖਣੇ ਆ ਕਿ 2 ਅਸੀਂ ਸੋਸ਼ਲ ਲੈਵਲ ਜਾਂ ਪੈਟਰੋਟਿਕ ਸੌਂਗ ਦੇ ਨਾਲ ਲਿਖ ਲਈਏ 2, ਅਤੇ 2 ਦਾ ਅਸੀਂ ਜਿਹੜਾ ਉਹਨੂੰ ਵਿਸਥਾਰ ਦੇ ਨਾਲ ਲਿਖ ਕੇ, ਕੋਈ ਵੀ 2 ਲੈ ਕੇ ਫੋਕ ਸੌਂਗ ਉਹਨਾਂ ਨੂੰ ਵਿਸਤਾਰ ਦੇ ਨਾਲ ਲਿਖ ਕੇ ਉਹਨਾਂ ਦੇ ਐਜੂਕੇਸ਼ਨ ਦੇ ਵਿੱਚ ਮਹੱਤਵ ਦੱਸਦੀ ਹੈ। ਤਾਂ ਇਹਨਾਂ ਦੋਨਾਂ ਦੇ ਬਾਰੇ ਵਿੱਚ ਤੁਸੀਂ ਆਪਣੇ ਟੀਚਰਸ ਤੋਂ ਜ਼ਰੂਰ ਪੁੱਛ ਲੈਣਾ, ਇੱਕ ਤਾਂ ਸਕਿੱਟ ਅਤੇ ਡਾਇਲੋਗ ਦੇ ਬਾਰੇ ਦੇ ਵਿੱਚ, ਇੱਕ ਜੋ ਫੋਕ ਸੌਂਗ ਹੈ। ਅਤੇ ਜੋ ਉਸ ਤੋਂ ਅੱਗੇ ਪੋਇਮ ਦਾ ਤੁਸੀਂ 10 ਦੀਆਂ 10 ਲਿਖਣੀਆਂ ਹੀ ਨੇ। ਮੈਂ ਤੁਹਾਨੂੰ ਦੁਬਾਰਾ ਫਿਰ ਦੱਸਣਾ ਚਾਹੁੰਦੀ ਹਾਂ ਕਿ ਜੋ ਸਕਿੱਟ ਹੈ ਅਤੇ ਡਾਇਲੋਗ ਹੈ, ਕਈ ਵਾਰ ਟੀਚਰ ਅਲੱਗ ਤੋਂ ਲਿਖਾ ਦਿੰਦੇ ਕਿ ਡਾਇਲੋਗ ਅਲੱਗ ਤੋਂ ਲਿਖੋ ਦੋਨੋਂ ਆਪਣੇ ਟੀਚਿੰਗ ਸਬਜੈਕਟ 'ਤੇ, ਸਕਿੱਟ ਵੀ ਲਿਖੋ ਆਪਣੇ ਦੋਨੋਂ ਟੀਚਿੰਗ ਸਬਜੈਕਟ 'ਤੇ। ਠੀਕ ਹੈ। ਅਤੇ ਫੋਕ ਸੌਂਗ ਵੀ ਤੁਸੀਂ ਹੋ ਸਕਦਾ 4 ਤੁਹਾਨੂੰ ਲਿਖਣੇ ਪੈ ਜਾਣ ਕਿ 2 ਤੁਸੀਂ ਫੋਕ ਸੌਂਗ ਜੋ ਸੋਸ਼ਲ ਲੈਵਲ 'ਤੇ ਪੈਟਰੋਟਿਕ ਸੌਂਗ ਲਿਖੋ, 2 ਮਤਲਬ ਕਿ ਸੋਸ਼ਲ ਲੈਵਲ 'ਤੇ ਪੈਟਰੋਟਿਕ ਜਾਂ ਦੇਸ਼ ਭਗਤੀ ਨਾਲ ਸੰਬੰਧਿਤ ਹੋਣ ਜਾਂ ਸਮਾਜਿਕ ਬੁਰਾਈਆਂ ਦੇ ਨਾਲ ਸੰਬੰਧਿਤ ਹੋਣ। ਠੀਕ ਹੈ, 2 ਲਿਖ ਦਿਓ ਕੋਈ ਵੀ। ਹੋ ਸਕਦਾ ਤੁਸੀਂ ਇੱਕ ਸਮਾਜਿਕ ਬੁਰਾਈ ਨਾਲ ਲਿਖ ਦਿਓ, ਇੱਕ ਤੁਸੀਂ ਦੇਸ਼ ਭਗਤੀ ਦੇ ਨਾਲ ਸੰਬੰਧਿਤ ਲਿਖ ਦਿਓ ਲੋਕ ਗੀਤ। ਤਾਂ ਜਿਹੜੇ 2 ਹੋਰ ਜਿਹੜੇ ਫੋਕ ਸੌਂਗ ਲਿਖੋਗੇ ਤੁਸੀਂ ਕੋਈ ਵੀ ਲਿਖ ਦਿਓ ਅਤੇ ਉਹਨਾਂ ਦੇ ਥੋੜ੍ਹਾ ਜਿਹਾ ਵਿਸ਼ਲੇਸ਼ਣ ਕਰ ਦਿਓ ਅਤੇ ਉਹਨਾਂ ਦੀ ਮਹੱਤਤਾ ਦੱਸ ਦਿਓ। ਤਾਂ ਤੁਸੀਂ ਅਤੇ ਜੇਕਰ ਤੁਹਾਨੂੰ ਡਾਇਲੋਗ ਅਤੇ ਸਕਿੱਟ ਅਲੱਗ-ਅਲੱਗ ਟੀਚਰ ਕਹਿੰਦਾ ਹੈ ਤਾਂ ਤੁਸੀਂ 2 ਜਿਹੜੀਆਂ ਸਕਿੱਟ ਲਿਖੋਗੇ ਆਪਣੇ ਟੀਚਿੰਗ ਸਬਜੈਕਟ 'ਤੇ, ਅਤੇ ਜਿਹੜੇ 2 ਹੀ ਤੁਸੀਂ ਡਾਇਲੋਗ ਲਿਖੋਗੇ। ਠੀਕ ਆ। ਇੱਕ ਵਾਰ ਆਪਣੇ ਕਾਲਜ ਟੀਚਰ ਦੇ ਨਾਲ ਜ਼ਰੂਰ ਪੁੱਛ ਲੈਣਾ ਹੈ ਕਿ ਅਸੀਂ ਆਪਣੀ ਫਾਈਲ ਕਿਸ ਤਰੀਕੇ ਦੇ ਨਾਲ ਤਿਆਰ ਕਰਨੀ ਹੈ, ਕਿਉਂਕਿ ਹਰ ਇੱਕ ਟੀਚਰ ਜੋ ਹੈ ਕਾਲਜ ਦੇ ਵਿੱਚ ਉਹ ਆਪਣੇ ਤਰੀਕੇ ਦੇ ਨਾਲ ਆਪਣੇ ਸਟੂਡੈਂਟਸ ਤੋਂ ਫਾਈਲ ਤਿਆਰ ਕਰਵਾਉਂਦਾ ਹੈ। ਧੰਨਵਾਦ ਜੀ।